ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 13ਵੀਂ ਤੇ ਪਦ 7ਵਾਂ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਆਪਾਂ ਇਹ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ, ਇੰਨਾ ਅਕਲਮੰਦ ਨਹੀਂ ਹੈ ਜਿਹੜਾ ਗੁਰੂ ਦੀਆਂ ਰਮਜ਼ਾਂ ਨੂੰ ਹੂ-ਬਹੂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਕਿਰਪਾ ਕਰਦੇ ਹਨ, ਓਨਾ ਹੀ ਪ੍ਰਾਣੀ ਵਿਚਾਰ ਸਕਦਾ ਹੈ, ਸੁਣ ਸਕਦਾ ਹੈ ਅਤੇ ਬੋਲ ਸਕਦਾ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਉਹ ਇਸ ਵਿਧੀ ਨੂੰ ਸਮਝ ਸਕਦਾ ਹੈ ਕਿ ਕਿਸ ਤਰ੍ਹਾਂ ਜਿਉਂਦੇ ਜੀ ਸਰੀਰ ਵਿੱਚ ਰਹਿੰਦੇ ਹੋਏ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਨਾਲ ਆਪਣੇ ਭਗਤ ਨੂੰ ਜੋੜਿਆ ਹੈ ਤਾਂ ਕਿ ਸਮੇਂ ਦਾ ਲਾਹਾ ਲਿਆ ਜਾਵੇ, ਸਮੇਂ ਨੂੰ ਵਡਮੁੱਲਾ ਬਣਾਇਆ ਜਾ ਸਕੇ। ਇੱਕ ਇੱਕ ਛਿਣ ਆਪਣੇ ਦਿਲ ਦੇ ਵਿੱਚ ਪ੍ਰਭੂ ਦਾ ਨਾਮ ਦਾ ਉਚਰਨ ਕੋਈ ਵੀ ਪਲ ਮਾਝਾ ਨਾ ਰਹਿ ਜਾਵੇ ਉਹਦੀ ਭਗਤੀ ਤੋਂ ਬਿਨਾਂ। 24 ਅਸ਼ਟਪਦੀਆਂ ਦੇ ਵਿੱਚ ਸੱਚੇ ਪਾਤਸ਼ਾਹ ਨੇ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ 24 ਸਵਾਸ ਆਉਂਦੇ ਹਨ, ਜਾਣੀ ਕਿ ਇੱਕ ਘੰਟੇ ਦੇ ਵਿੱਚ ਤਕਰੀਬਨ 1,000 ਸਵਾਸ। ਇਸੇ ਤਰ੍ਹਾਂ ਸੁਖਮਨੀ ਸਾਹਿਬ ਦੇ 24,000 ਅੱਖਰ ਸੁਖਮਨੀ ਸਾਹਿਬ ਦੇ ਵਿੱਚ ਹਨ ਅਤੇ 24 ਅਸ਼ਟਪਦੀਆਂ ਹਨ ਅਤੇ ਇੱਕ ਅਸ਼ਟਪਦੀ ਦੇ ਵਿੱਚ ਤਕਰੀਬਨ 1,000 ਅੱਖਰਾਂ ਦੀ ਵਰਤੋਂ ਸੱਚੇ ਪਾਤਸ਼ਾਹ ਨੇ ਕੀਤੀ ਹੈ। ਪਿਛਲੇ ਸਮਿਆਂ ਦੇ ਵਿੱਚ ਸਮੇਂ ਦੀ ਗਿਣਤੀ ਪਹਿਰਾਂ ਨਾਲ ਹੁੰਦੀ ਸੀ, ਘੜੀਆਂ ਨਾਲ ਹੁੰਦੀ ਸੀ। 3 ਘੜੀਆਂ ਜਾਣੀ 3 ਘੰਟੇ ਦਾ ਇੱਕ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ ਇੱਕ ਅਸ਼ਟਪਦੀ ਦੇ 8 ਪਦ ਜਾਣੀ 8 ਭਾਗ ਬਣਾਏ ਹਨ। ਗੁਰੂ ਪਿਆਰਿਓ, ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਹਰ ਸਮਾਂ ਜੀਵਤਿਆਂ, ਸੌਂਦਿਆਂ, ਜਾਗਦਿਆਂ ਪ੍ਰਭੂ ਦੇ ਉਚਰਨ ਦੇ ਵਿੱਚ ਲਗਾਉਣ ਦੇ ਲਈ ਤਰੀਕਾ ਸਮਝਾਇਆ ਹੈ। ਇਸ ਦੁਨੀਆ ਦੇ ਵਿੱਚ ਪ੍ਰਭੂ ਦੇ ਪਿਆਰੇ ਬਹੁਤ ਹਨ, ਅਸੰਖਾਂ ਦੀ ਗਿਣਤੀ ਦੇ ਵਿੱਚ ਹਨ, ਜਿਹੜੇ ਉਹਦਾ ਨਾਮ ਜਪਦੇ ਹਨ, ਉਹਦੇ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਆਪਣੇ ਆਪ ਨੂੰ ਉਹਦੇ ਅੱਗੇ ਢੇਰੀ ਕਰ ਦਿੰਦੇ ਹਨ। ਪੂਰਨ ਤੌਰ 'ਤੇ ਸਮਰਪਣ, ਪੂਰਨ ਤੌਰ 'ਤੇ ਆਪਣੀ ਮੈਂ ਦਾ ਢੇਰੀ ਕਰ ਦੇਣਾ ਹੀ ਸਮਰਪਣ ਹੈ। ਉਹਨਾਂ ਨੂੰ ਪਿਆਰਿਆਂ ਨੂੰ ਦਰਗਾਹ ਦੇ ਵਿੱਚ ਸਤਿਕਾਰਿਆ ਜਾਂਦਾ ਹੈ, ਉਹਨਾਂ ਨੂੰ ਮਾਣ ਮਿਲਦਾ ਹੈ। ਉਹਨਾਂ ਦੀ ਮਰਜ਼ੀ ਦੇ ਅਨੁਸਾਰ, ਉਹਨਾਂ ਦੀ ਇੱਛਾ ਦੇ ਨਾਲ ਕਦੇ ਕਦਾਈ ਪ੍ਰੀਤਮ ਪਿਆਰਾ ਪ੍ਰਭੂ ਉਹਨਾਂ ਨੂੰ ਜਨਮ ਦੁਆਰਾ ਦਿੰਦਾ ਹੈ ਇਸ ਦੁਨੀਆ ਦੇ ਸੁਧਾਰ ਲਈ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਚਿੱਤ ਨਾ ਭਿਓ ਆਵਨ ਕੋ, ਮੇਰਾ ਚਿੱਤ ਨਹੀਂ ਸੀ ਕਰਦਾ ਇੱਥੇ ਆਉਣ ਨੂੰ ਦੁਬਾਰਾ ਇਹ ਦੁਨੀਆ ਦਾ ਤਮਾਸ਼ਾ ਦੇਖਣ ਦੇ ਲਈ, ਪਰ ਸੱਚੇ ਪਾਤਸ਼ਾਹ ਪਰਮੇਸ਼ਰ ਨੇ ਮੈਨੂੰ ਹੁਕਮ ਕੀਤਾ ਅਤੇ ਮੈਂ ਸਿਰ ਨਿਭਾ ਦਿੱਤਾ। ਇਹੀ ਸਾਰੇ ਭਗਤਾਂ ਨਾਲ, ਜਨਾਂ ਨਾਲ, ਸੇਵਕਾਂ ਨਾਲ, ਉਹਦੇ ਆਪਣੇ ਰੂਪਾਂ ਨਾਲ ਵਰਤਦਾ ਹੈ। ਗੁਰੂ ਪਿਆਰਿਓ, ਜਿੱਥੇ ਸੰਤ ਹਨ ਉੱਥੇ ਆਸੰਤ ਮੌਜੂਦ ਹਨ, ਜਿੱਥੇ ਪ੍ਰਭੂ ਦੇ ਪਿਆਰੇ ਹਨ ਉੱਥੇ ਉਹਦੀ ਨਿੰਦਿਆ ਚੁਗਲੀ ਕਰਨ ਵਾਲੇ ਹਥਿਆਰੇ ਵੀ ਹਨ, ਜਿਨ੍ਹਾਂ ਦਾ 24 ਘੰਟੇ ਗੁਰੂ ਦੇ ਪਿਆਰਿਆਂ ਨੂੰ
ਜਲੀਲ ਕਰਨ ਦੇ ਵਿੱਚ ਸਮਾਂ ਬੀਤਦਾ ਹੈ ਅਤੇ ਉਹ ਆਪਣੀ ਕਾਲੀ ਜੀਭ ਦੇ ਨਾਲ ਹਰ ਵੇਲੇ ਮੈਂ ਦਾ ਰਾਟ ਲਾ ਕੇ ਗੁਰੂ ਦੇ ਪਿਆਰਿਆਂ ਨੂੰ ਕੋਸੀ ਜਾਂਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਜੀਵਨ ਬੜਾ ਔਖਾ ਦਰਸਾਇਆ ਹੈ। ਇੱਕ ਨਿੰਦਕ ਦਾ ਜੀਵਨ ਮੌਤ ਦੇ ਸਮਾਨ ਹੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਰੀਰ ਦੇ ਵਿੱਚੋਂ ਸਾਹ ਨਿਕਲੇ ਹੋਣ ਅਤੇ ਪ੍ਰਾਣੀ ਮੁਰਦੇ ਦੀ ਤਰ੍ਹਾਂ ਜੀਵਨ ਜੀ ਰਿਹਾ ਹੋਵੇ। ਸੱਚੇ ਪਾਤਸ਼ਾਹ ਨੇ ਉਹਨਾਂ ਦੁਸ਼ਟਾਂ ਨੂੰ, ਉਹਨਾਂ ਪਾਪੀਆਂ ਨੂੰ ਨਾ ਇੱਧਰ ਦੇ ਨਾ ਉੱਧਰ ਦੇ ਕਹਿ ਕੇ ਦਰਸਾਇਆ ਹੈ। ਵੈਸੇ ਵੀ ਦੁਨੀਆ ਦੇ ਵਿੱਚ ਜਿਹੜਾ ਪ੍ਰਾਣੀ ਟਿਕਦਾ ਨਹੀਂ, ਡੋਲਦਾ ਹੈ, ਇੱਧਰ ਜਾਂਦਾ ਹੈ ਸ਼ਾਂਤੀ ਲੱਭਣ, ਉੱਧਰ ਘੁੰਮਦਾ ਹੈ, ਘੁੰਮਦਾ ਆਪਣਾ ਆਧਾਰ ਗਵਾ ਬੈਠਦਾ ਹੈ। ਨਾ ਉੱਧਰਲਾ ਰਹਿੰਦਾ ਹੈ ਅਤੇ ਨਾ ਉੱਧਰਲਾ ਰਹਿੰਦਾ ਹੈ। ਸਾਰਿਆਂ ਦਾ ਰਿਵਾਜੀ ਤੌਰ 'ਤੇ ਸਤਿਕਾਰ ਕਰਨ ਵਾਲਾ ਦੋਹਰੀ ਠੱਗੀ ਦਾ ਸ਼ਿਕਾਰ ਹੁੰਦਾ ਹੈ। ਉਹ ਆਪਣੇ ਨਾਲ ਵੀ ਠੱਗੀ ਲਾਉਂਦਾ ਹੈ ਅਤੇ ਗੁਰੂ ਦੇ ਪਿਆਰਿਆਂ ਨੂੰ ਵੀ ਠੱਗਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰਗਾਹ ਮਿਲੈ ਸਜਾਏ। ਗੁਰੂ ਪਿਆਰਿਓ, ਜਿਉਂ ਬ੍ਰਿਸ਼ ਬਣਦੇ ਦਰੱਖਤ ਵਡੇਰੀ ਉਮਰ ਦੇ ਹੁੰਦੇ ਹਨ, ਉਹ ਸੁੰਦਰ ਬਣਦੇ ਜਾਂਦੇ ਹਨ। ਇਸੇ ਤਰ੍ਹਾਂ ਜੰਗਲੀ ਜੀਵ, ਸ਼ੇਰ, ਚੀਤਾ ਆਦਿ, ਜਿਉਂ ਉਹਨਾਂ ਦੀ ਉਮਰ ਵੱਧ ਹੁੰਦੀ ਹੈ ਤਾਂ ਉਹਨਾਂ ਦੀ ਸਜਾਵਟ ਚਿਹਰੇ ਦੀ ਘੱਟ ਨਹੀਂ ਹੁੰਦੀ। ਪੰਛੀਆਂ ਦੇ ਵਿੱਚ ਵੀ ਲੈ ਲਓ, ਜਿਹੜੇ ਸਮੁੰਦਰ ਦੇ ਵਿੱਚ ਜੀਵ ਹਨ, ਉਹਨਾਂ ਦੀ ਵੀ ਤੁਲਨਾ ਕੀਤੀ ਜਾ ਸਕਦੀ ਹੈ। ਕਿਸੇ ਦੇ ਚਿਹਰੇ ਦੇ ਉੱਤੇ ਤੇਜ ਨਹੀਂ ਘਟਦਾ। ਜੇ ਘਟਦਾ ਹੈ ਤਾਂ ਉਹ ਸਿਰਫ ਤੇ ਸਿਰਫ ਹਿਊਮਨ ਬੀਇੰਗ ਹੈ। ਕਾਰਨ ਕੀ ਹੈ? ਉਹ ਜੀਵ ਜੰਗਲ ਦੇ ਵਿੱਚ ਇਕੱਠੇ ਰਹਿੰਦੇ ਹਨ। ਉਹਨਾਂ ਦੇ ਜੀਣ ਦੀ ਕਿਰਿਆ ਵੱਖਰੀ ਹੈ, ਪਰ ਉਹ ਕੋਸਦੇ ਨਹੀਂ, ਨਿੰਦਿਆ ਨਹੀਂ ਕਰਦੇ। ਇਸੇ ਤਰ੍ਹਾਂ ਪੰਛੀ ਹਨ, ਉਹਨਾਂ ਨੇ ਇੱਕ ਦੂਜੇ ਦੀ ਕ੍ਰਿਟੀਸਾਈਜ਼ ਕਰਕੇ ਕੀ ਲੈਣਾ ਹੈ। ਬਿਲਕੁਲ ਸੀ ਕ੍ਰੀਚਰਸ ਹੈ ਜਿਹੜੇ, ਉਹ ਵੀ ਆਪਣਾ ਜੀਵਨ ਜੀ ਰਹੇ ਹਨ। ਬੇਸ਼ੱਕ ਉਹਨਾਂ ਦੀ ਰੋਜੀ ਰੋਟੀ, ਉਹਨਾਂ ਦੀ ਖੁਰਾਕ ਇੱਕ ਦੂਜੇ ਦੇ ਸਰੀਰ ਉੱਤੇ ਆਧਾਰਿਤ ਹੈ। ਉਹਨਾਂ ਨੇ ਇੱਕ ਦੂਸਰੇ ਨੂੰ ਖਾਣਾ ਹੀ ਹੈ। ਇੱਕ ਦੀ ਜ਼ਿੰਦਗੀ ਅਤੇ ਦੂਸਰੇ ਦੀ ਮੌਤ ਯਕੀਨੀ ਹੈ। ਪਰ ਕਿਉਂਕਿ ਇਨਸਾਨ ਆਪਣੀ ਜੀਭ ਦੇ ਨਾਲ ਨਿੰਦਿਆ ਕਰਕੇ ਲੁਤਫ ਲੈਂਦਾ ਹੈ, ਉਹ ਵੀ ਉਹਦੇ ਪਿਆਰਿਆਂ ਦਾ, ਉਹਦੇ ਦੁਲਾਰਿਆਂ ਦਾ, ਉਹਦੇ ਸਤਿਕਾਰਿਆਂ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਉੱਤੇ ਮਿਹਰ ਕੀਤੀ ਹੈ ਕਿ ਮੈਂ ਨੀਵੇਂ ਤੋਂ ਨੀਵਿਆਂ ਦਾ ਸਾਥੀ ਹਾਂ। ਜਿਨ੍ਹਾਂ ਨੂੰ ਲੋਕ ਨੀਚ ਤੋਂ ਨੀਚ ਕਹਿੰਦੇ ਹਨ, ਮੈਂ ਉਹਨਾਂ ਦੇ ਵਿੱਚ ਵੱਸਦਾ ਹਾਂ ਅਤੇ ਮੈਂ ਉਹਨਾਂ ਦੀ ਸਹਾਇਤਾ ਕਰਦਾ ਹਾਂ। ਉਹ ਮੇਰੀ ਜਿੰਦ ਹਨ, ਉਹ ਮੇਰੀ ਜਾਨ ਹਨ। ਮੈਂ ਉਹਨਾਂ 'ਤੇ ਕੁਰਬਾਨ ਜਾਂਦਾ ਹਾਂ। ਜੇ ਮੈਨੂੰ ਉਹ ਲੱਭ ਜਾਣ ਤਾਂ ਮੈਂ ਉਹਨਾਂ ਦੇ ਚਰਨਾਂ ਦੀ ਧੂੜ
ਆਪਣੇ ਮੁੱਖ ਨੂੰ ਲਾ ਲਾ ਕੇ ਪ੍ਰਸੰਨ ਹੁੰਦਾ ਹਾਂ, ਪਰ ਜਿਹੜੇ ਉਹਨਾਂ ਨੂੰ ਨਿੰਦਦੇ ਹਨ, ਉਹਨਾਂ ਨੂੰ ਜਲੀਲ ਕਰਦੇ ਹਨ, ਦੁਖੀ ਕਰਦੇ ਹਨ, ਪਰੇਸ਼ਾਨ ਕਰਦੇ ਹਨ, ਉਹਨਾਂ ਦੇ ਰੂਪ ਨੇ ਜਿਹੜੇ, ਉਹਨਾਂ ਦੇ ਚਿਹਰੇ ਨੇ ਜਿਹੜੇ ਕਰੂਪੇ ਹੋ ਜਾਂਦੇ ਹਨ। ਵਿਗੜ ਰੂਪ ਹੋਏ ਜਾਏ, ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ। ਕੋਝੀ ਸ਼ਕਲ ਵਾਲੇ ਜਿਵੇਂ ਰਾਖਸ਼ ਹੋਣ, ਸਾਧੂਆਂ 'ਤੇ ਉੱਜਾ ਲਾਉਣ ਵਾਲੇ ਕੋਝੀ ਸ਼ਕਲ ਦੇ ਹੋ ਜਾਂਦੇ ਹਨ। ਉਹਨਾਂ ਨੂੰ ਦਰਗਾਹ ਦੇ ਵਿੱਚ, ਪ੍ਰਭੂ ਦੇ ਦਰਬਾਰ ਦੇ ਅੰਦਰ ਸਜ਼ਾ ਮਿਲਦੀ ਹੈ। ਜਿਵੇਂ ਸੰਸਾਰੀ ਲੋਕ ਆਪਣੇ ਕਾਨੂੰਨ ਕਾਇਦੇ ਬਣਾ ਲੈਂਦੇ ਹਨ, ਫਿਰ ਉਹਨਾਂ ਕਾਇਦੇ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਪੁਲਿਸ ਦੀ ਅਵਸਥਾ ਹੁੰਦੀ ਹੈ। ਪੁਲਿਸ ਉਹਨਾਂ ਨੂੰ ਫੜ ਕੇ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਅਤੇ ਜੱਜ ਸਾਹਿਬਾਨ ਗਲਤੀ ਨੂੰ ਦੇਖਦੇ ਹੋਏ ਵੱਡੀ ਛੋਟੀ ਸਜ਼ਾ ਸੁਣਾਉਂਦੇ ਹਨ। ਇਹ ਦੁਨੀਆ ਦੀ ਇੱਕ ਕਿਰਿਆ ਹੈ। ਇਸੇ ਤਰ੍ਹਾਂ ਪ੍ਰਭੂ ਸਿਰਜਣਹਾਰ ਹੈ, ਬਣਾਉਂਦਾ ਹੈ, ਆਪ ਹੀ ਚਲਾਉਂਦਾ ਹੈ, ਆਪ ਹੀ ਕਚਹਿਰੀ ਲਗਾਉਂਦਾ ਹੈ ਅਤੇ ਆਪ ਹੀ ਉਹਨਾਂ ਚੰਗੇ ਮਾੜਿਆਂ ਨੂੰ ਸਜ਼ਾ ਦਿੰਦਾ ਹੈ। ਪਰ ਬੜੀ ਸਖਤ ਸਜ਼ਾ ਹੈ ਜਿਹੜਾ ਉਹਦੇ ਪਿਆਰਿਆਂ ਦੇ ਨਾਲ ਧੋਖਾ ਕਰਦਾ ਹੈ, ਉਹਦੇ ਨਾਮ ਜਪਣ ਵਾਲਿਆਂ ਨੂੰ ਨਿੰਦਦਾ, ਜਲੀਲ ਕਰਦਾ ਹੈ, ਉਹਨਾਂ ਉੱਤੇ ਉਂਝਾ ਲਾਉਂਦਾ ਹੈ। ਦੇਖਿਆ ਜਾਵੇ ਦੁਨੀਆ ਦੇ ਵਿੱਚ ਰਹਿਬਰਾਂ ਦੇ ਉੱਤੇ ਜਿੰਨਾ ਬੇਸਮਝ ਲੋਕਾਂ ਨੇ ਅਤਿਆਚਾਰ ਕੀਤਾ ਹੈ, ਜਿੰਨਾ ਉਹਨਾਂ ਨੂੰ ਸਤਾਇਆ ਹੈ, ਆਪਣੀ ਬੇਅਕਲੀ ਕਰਕੇ। ਹਾਲਾਂਕਿ ਉਹਨਾਂ ਰਹਿਬਰਾਂ ਨੇ ਇਸ ਦੁਨੀਆ ਦਾ ਕਦੇ ਕੁਝ ਵਿਗਾੜਿਆ ਨਹੀਂ ਸੀ, ਹਮੇਸ਼ਾ ਹੀ ਦੁਨੀਆ ਵਿੱਚੋਂ ਭਰਮ ਦੂਰ ਕੀਤੇ, ਉਹਨਾਂ ਨੂੰ ਰੋਸ਼ਨੀ ਦਿਖਾਈ, ਪਰ ਫਿਰ ਵੀ ਇਹਨਾਂ ਲੋਕਾਂ ਨੇ ਉਹਨਾਂ ਨੂੰ ਸੂਲੀਆਂ ਦੇ ਉੱਤੇ ਟੰਗਿਆ, ਤੱਤੀਆਂ ਤਵੀਆਂ ਉੱਤੇ ਬਿਠਾਇਆ, ਜਿਉਂਦੇ ਜਾਗਦੇ ਨੰਨਿਆਂ ਨੂੰ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਇਹ ਦੁਨੀਆ ਦਾ ਇੱਕ ਦਸਤੂਰ ਰਿਹਾ ਹੈ। ਜਿਹੜੀ ਗੱਲ ਦੁਨੀਆ ਨੂੰ ਸਮਝ ਨਹੀਂ ਆਉਂਦੀ, ਫਿਰ ਉਸ ਗੱਲ ਨੂੰ ਸਮਝਦੇ ਸਮਝਦੇ ਪਾਗਲ ਰੂਪ ਧਾਰਨ ਕਰ ਲੈਂਦੇ ਹਨ। ਪਾਗਲਪਣੇ ਦੇ ਵਿੱਚ ਫਿਰ ਗਰੀਬਾਂ ਨੂੰ ਸਤਾਉਂਦੇ ਹਨ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਦੇ ਦੁਸ਼ਟਾਂ ਨੂੰ, ਇਸ ਤਰ੍ਹਾਂ ਦੇ ਪਾਪੀਆਂ ਨੂੰ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ, ਪ੍ਰਭੂ ਦੀ ਕਚਹਿਰੀ ਦੇ ਵਿੱਚ, ਅਤੇ ਜਿਉਂਦੇ ਜੀ ਦੁਨੀਆ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਚਿਹਰੇ ਕਰੂਪ ਹੋ ਜਾਂਦੇ ਹਨ। ਸੰਤ ਕਾ ਦੋਖੀ ਸਦਾ ਸਹਿ ਕਾਈਐ, ਸੰਤ ਕਾ ਦੋਖੀ ਨਾ ਮਰੇ ਨਾ ਜਵਾਈਐ। ਸੈਂਕੜਾ ਕੋਈ ਕੋਈ ਸਾ। ਪ੍ਰਭੂ ਅੱਗੇ ਫਰਿਆਦਾਂ ਦੇਖਣ ਵਾਲੇ ਅਕਸਰ ਕਰਦੇ ਹਨ ਕਿ ਸੱਚੇ ਪਾਤਸ਼ਾਹ ਇਹਨੂੰ ਹੁਣ ਤੂੰ ਲੈ ਹੀ ਜਾ, ਇਹਦਾ ਭਲਾ ਹੋ ਜਾਵੇ। ਇੱਕ ਦੂਸਰੇ ਨੂੰ ਬੇਨਤੀਆਂ ਕਰਦੇ ਹਨ ਕਿ ਤੁਸੀਂ ਵੀ ਅਰਦਾਸ ਕਰ ਦਿਓ, ਦਾਤੇ ਦੇ ਅੱਗੇ, ਡਾਢੇ ਦੇ ਅੱਗੇ ਬੇਨਤੀ ਕਰ ਦਿਓ। ਇਹ ਤੜਫਦਾ ਹੈ, ਇਹ ਸਹਿਕਦਾ ਹੈ, ਨਾ ਇੱਧਰ ਦਾ ਹੈ ਨਾ ਉੱਧਰ ਦਾ ਹੈ, ਇਹ ਮਰਨ ਕਿਨਾਰੇ ਹੈ, ਕਿਉਂਕਿ ਇਹਨੇ ਸਾਧੂਆਂ ਦੇ ਉੱਤੇ ਉਂਝਾਂ ਲਾਈਆਂ ਨੇ, ਸਤਾਇਆ, ਉਹਨਾਂ ਨੂੰ ਦੁਖੀ ਕੀਤਾ, ਪਰੇਸ਼ਾਨ ਕੀਤਾ ਹੈ। ਇਹ ਹੁਣ
ਜ਼ਿੰਦਗੀ ਤੇ ਮੌਤ ਦੇ ਵਿਚਾਲੇ ਲਟਕ ਰਿਹਾ ਹੈ। ਇਹਦੀ ਕੋਈ ਧਿਰ ਨਹੀਂ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸਜਾਏ, संत का दोखी सदा सहकाइय, संत का दोखी ना मरे ना जवाइय, संत के दोखी की पूजे ना आसा, संत का दोखी उठ चले निराशा। गुरु प्यारिओ, जिहड़ा आसा पूर्ण करन वाला खुदा है, जिने सारी सृष्टि ते मेहर दा मींह बरताया होया है, दयालु है, कृपालु है, वो आसा पूरियां करदा है। पर ਜਿਹੜੇ ਉਹਦੇ ਪਿਆਰਿਆਂ ਦੇ ਨਾਲ ਠੱਗੀ ਮਾਰਦੇ ਹਨ, ਉਹਨਾਂ ਨੂੰ ਨੀਵੇਂ ਦਿਖਾਉਂਦੇ ਹਨ, ਉਹ ਕਿਸ ਤਰ੍ਹਾਂ ਪ੍ਰਸੰਨ ਹੋ ਸਕਦਾ ਹੈ। ਧਨ ਦੌਲਤ ਪ੍ਰਾਪਤ ਕਰਨਾ ਇੱਕ ਵੱਖਰਾ ਵਿਸ਼ਾ ਹੈ। ਮਾਇਆ ਦੇ ਨਾਲ ਪਿਆਰ ਕਰਕੇ ਨਿਉ ਮਾਇਆ ਦੇ ਨਾਲ ਲਾ ਕੇ ਉਹ ਆਪਣੀਆਂ ਚਤੁਰਾਈਆਂ ਸਮਝਾ ਦਿੰਦੀ ਹੈ। ਪ੍ਰਾਣੀ ਤੋਤੇ ਦੀ ਤਰ੍ਹਾਂ ਪੜ ਜਾਂਦਾ ਹੈ, ਇੱਕ ਰੋਬੋਟ ਦੀ ਤਰ੍ਹਾਂ ਮਾਇਆ ਦੇ ਇਸ਼ਾਰਿਆਂ 'ਤੇ ਨੱਚਦਾ ਹੋਇਆ ਢੇਰਾਂ ਦੇ ਢੇਰ ਇਕੱਠੇ ਕਰ ਲੈਂਦਾ ਹੈ। ਇਹ ਵੱਖਰਾ ਮਹਿਕਮਾ ਮਾਇਆ ਦਾ, ਪਰ ਮਾਇਆ ਨੇ ਅੱਜ ਤੱਕ ਕਿਸੇ ਨੂੰ ਬਚਾਇਆ ਨਹੀਂ, ਹਮੇਸ਼ਾ ਫਸਾਇਆ ਹੀ ਹੈ। ਉਹਦੀ ਆਸਾ ਮਾਇਆ ਕਿਸ ਤਰ੍ਹਾਂ ਪੂਰੀ ਕਰ ਸਕਦੀ ਹੈ? ਕਿੱਥੋਂ ਮਾਇਆ ਉਹਨੂੰ ਇੱਕ ਸਹਾਰਾ ਦੇ ਸਕਦੀ ਹੈ? ਪ੍ਰੀਤਮ ਪਿਆਰਾ ਪ੍ਰਭੂ ਹੀ ਇਸ ਸ੍ਰਿਸ਼ਟੀ ਦਾ ਰਾਖਣਹਾਰ ਹੈ, ਸਾਰੇ ਸਾਹਾਂ ਦਾ ਦਾਤਾ ਹੈ। ਉਹ ਇਹਨਾਂ ਦੁਸ਼ਟਾਂ ਦੀ ਆਸਾ ਕਦੇ ਪੂਰੀ ਨਹੀਂ ਕਰਦਾ। ਸੰਤ ਦੇ ਦੋਖੀ ਦੀ ਕਦੇ ਵੀ ਆਸਾ ਪੂਰੀ ਨਹੀਂ ਹੁੰਦੀ, ਕਿਉਂਕਿ ਉਹਨੇ ਸਤਾਇਆ ਸਾਧੂਆਂ ਨੂੰ, ਤੇ ਉਹਦੀ ਆਸਾ ਕਿਸ ਤਰ੍ਹਾਂ ਪੂਰੀ ਹੋਵੇ? ਉਹ ਦੁਨੀਆ ਤੋਂ ਨਿਰਾਸ਼ ਹੋ ਕੇ ਚਲੇ ਜਾਂਦਾ ਹੈ, ਤੁਰ ਜਾਂਦਾ ਹੈ, ਨਾ ਇੱਧਰ ਦਾ ਨਾ ਉੱਧਰ ਦਾ। ਉਹਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਅੱਗੇ ਹੋਣਾ ਕੀ ਹੈ, ਅੱਗੇ ਮੈਨੂੰ ਕੌਣ ਸਾਂਭੇਗਾ। ਸੰਤ ਕੇ ਦੋਖੀ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਸਾਧੂ ਨੂੰ ਨਿੰਦਣ ਵਾਲੇ ਨੂੰ ਸਥਿਰਤਾ, ਪੱਕਾਪਣ ਕਦੇ ਵੀ ਨਹੀਂ ਮਿਲਦਾ। ਉਹ ਡੋਲਦਾ ਹੀ ਰਹਿੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਦੋਂ ਕੋਈ ਹੌਲੀ ਕਿਸ਼ਤੀ ਦੇ ਵਿੱਚ ਸਵਾਰ ਹੁੰਦਾ ਹੈ ਜਾਂ ਛੋਟੇ ਐਰੋਪਲੇਨ ਦੇ ਵਿੱਚ ਸਵਾਰੀ ਕਰਦਾ ਹੈ, ਉਹਦਾ ਭਾਰ ਥੋੜ੍ਹਾ ਹੋਣ ਕਰਕੇ ਡੋਲਣਾ ਸੁਭਾਵਿਕ ਹੈ। ਪ੍ਰਭੂ ਦੇ ਪਿਆਰਿਆਂ ਨੂੰ ਨਿੰਦਣ ਵਾਲਾ ਹੌਲਾ ਹੋ ਜਾਂਦਾ ਹੈ ਤੇ ਉਹ ਡੱਗ ਮਗਾਉਂਦਾ ਹੈ, ਉਹਨੂੰ ਸਥਿਰਤਾ ਪ੍ਰਾਪਤ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਸਾਈਂ ਦੀ ਪ੍ਰਭੂ ਦੀ ਰਜ਼ਾ ਹੁੰਦੀ ਹੈ, ਉਹੋ ਜਿਹਾ ਹੀ ਬੰਦੇ ਨੂੰ ਬਣਾ ਦਿੰਦਾ ਹੈ। ਬੰਦੇ ਉੱਤੇ ਕਿਰਪਾ ਵੀ ਕਰਦਾ ਹੈ ਤੇ ਨਾਰਾਜ਼ ਵੀ ਅਵੱਸ਼ ਹੁੰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਪਿਆ ਕਿਰਤ ਨਾ ਬੈਠੇ ਕੋਏ, ਨਾਨਕ ਜਾਣੇ ਸੱਚਾ ਸੋਏ। ਜਿਹੜਾ ਪੂਰਵਲੇ ਜਨਮਾਂ ਦਾ ਕਮਾਇਆ ਹੋਇਆ ਹੈ, ਉਹ ਇਸ ਧਰਤੀ ਉੱਤੇ ਖਾਧਾ ਜਾਂਦਾ ਹੈ। ਜਿਹੜਾ ਹੁਣ ਇਸ ਜੀਵਨ ਦੇ ਵਿੱਚ ਕੋਈ ਭਲੇ ਦੇ ਕੰਮ ਕਰਦਾ ਹੈ, ਉਦਮ ਕਰਦਾ ਹੈ, ਉਹਦੀ ਪ੍ਰਾਪਤੀ ਅਵੱਸ਼ ਹੀ ਅਗਲੇ ਜਨਮ ਦੇ ਵਿੱਚ ਹੁੰਦੀ ਹੈ।
ਬਾਣੀ ਦੇ ਮੁਤਾਬਕ ਪ੍ਰਾਣੀ ਆਪਣਾ ਬੀਜ ਆਪ ਬੀਜਦਾ ਹੈ ਅਤੇ ਉਹਦੀ ਵਾਢੀ ਵੀ ਆਪ ਹੀ ਕਰਦਾ ਹੈ। ਜੇ ਚੰਗੇ ਕੰਮ ਕਰੇਗਾ, ਸੇਵਕਾਂ ਦੀ ਸੇਵਾ ਕਰੂਗਾ, ਸਾਧੂਆਂ ਦੇ ਸੰਗ 'ਚ ਰਹਿ ਕੇ ਨਾਮ ਜਪੂਗਾ, ਜਨਾਂ ਦੇ ਵਿੱਚ ਜਨ ਹੀ ਬਣ ਜਾਵੇਗਾ, ਤਾਂ ਅਵਸ਼ ਹੀ ਦਾਸ ਦੀ ਸਹਾਇਤਾ ਪ੍ਰਭੂ ਕਰੇਗਾ। ਦਾਸਨ ਦਾਸ ਪ੍ਰਭੂ ਦਾ ਪਿਆਰਾ, ਪ੍ਰਭੂ ਦਾ ਰੂਪ ਹੀ ਬਣ ਗਿਆ। ਜਿਨ੍ਹਾਂ ਉੱਤੇ ਕਰੋਪੀ ਹੋਈ ਹੈ, ਪੂਰਵਲੇ ਜਨਮਾਂ ਦੇ ਵਿੱਚ ਉਹਨਾਂ ਨੇ ਸਤਾਇਆ ਹੈ, ਗਰੀਬਾਂ ਦੇ ਹਿਰਦਿਆਂ ਨੂੰ ਨੁਕਸਾਨ ਪਹੁੰਚਾਇਆ ਹੈ, ਉਹਨਾਂ ਨੂੰ ਸਜ਼ਾ ਵਸ਼ ਮਿਲਦੀ ਹੈ। ਕੋਈ ਉਹਨਾਂ ਦੇ ਪੂਰਵਲਿਆਂ ਨੂੰ ਕਰਮਾਂ ਨੂੰ ਬਦਲ ਨਹੀਂ ਸਕਦਾ, ਕਿਉਂਕਿ ਸਾਹਿਬ ਸਾਰਾ ਕੁਝ ਜਾਣਦਾ ਹੈ। ਪ੍ਰਭੂ ਨੂੰ ਸਭ ਦੇ ਬਾਰੇ ਹਰ ਪਲ ਪਲ ਛਿਨ ਛਿਨ ਦੀ ਖਬਰ ਹੈ। ਕੋਈ ਉਹਦੇ ਅੱਗੇ ਝੂਠ ਨਹੀਂ ਬੋਲ ਸਕਦਾ, ਉਹ ਜਾਣੀ ਜਾਣ ਹੈ। ਨਾਨਕ ਜਾਣੇ ਸੱਚਾ ਸੋਏ, ਹੇ ਨਾਨਕ ਉਹ ਸੱਚਾ ਆਪ ਹੈ। ਸੱਚ ਦਾ ਉਹਦਾ ਵਣਜ ਹੈ, ਸੱਚਾ ਉਹਦਾ ਕਰਤੱਵਿਆ ਹੈ, ਸੱਚ ਹੀ ਉਹ ਕਰਦਾ ਹੈ। ਕਿਉਂਕਿ ਇੱਕ ਓਂਕਾਰ ਸਤਨਾਮ, ਸਤਨਾਮ ਤੇ ਸੱਚਾ ਉਹ ਆਪ ਹੀ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਜਿਹੜਾ ਗੁਰੂ ਦੇ ਪਿਆਰਿਆਂ ਨੂੰ ਨਿੰਦਦਾ ਹੈ, ਦੁਖੀ ਕਰਦਾ, ਪ੍ਰਸੰਨ ਕਰਦਾ ਹੈ, ਉਹਨੂੰ ਪਨਿਸ਼ਮੈਂਟ ਮਿਲਦੀ ਹੈ। ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ, the malignor of saint becomes deformed. Malignor of the saint, his face becomes very, very bad shape. संत के दोखी को दरगाह मिले सजाए, the malignor of the saint receives punishment in God's court. संत का दोखी सदा सहकाइए, the malignor of saint is ever on the verge of death. संत का दोखी ना मरे ना जवाइए, the malignor of the saint hangs between life and death. He want to go die, get rid of all the pains, because he did too much bad to God's lovers. So he is hanging between. Sant ke dokhi ki pujye na asa, the hopes of malignor never fulfilled. The hopes of the malignor of the saint is not achieved. Sant ka dokhi uth chale darasa. The malignor of the saint departs disappointed. Sant ke dokhi na trista koi. By maligning of the saint none attains stability. जैसा भावे तैसा कोई होए. As is the Lord's will, so does man become. Paya kirtana mete koe. No one can efface the past actions. Nanak jane sacha soe. Nanak, he the true Lord, knows everything. Past, present, and future. This is totally
control of Lord, of God. The face is the mirror of a human. Everybody like to talk to good face, fearful face, villain's face, hero's face. Everybody like baby's smile face. Everybody love it. But the person who criticize God's lovers, his face change like devil. Not only that, he takes that face and go to Lord's court, God's court, where he is checked what he did in his life. And the punishment is there. He did worse. He was sitting among other maligners and criticizing God's praisers. So that's why now God is punishing him. Worse punishment. God's lovers attain respect there, and they sit in God's company, and they always praise him. But on the other side, the critic of sadhus is between life and death, verge of death. He neither dies nor lives. He is like fish. When fish is in pain, separating from water, every second of our life is very painful. Same way, the maligner of the saint have no peace, no stability. He is leaving this earth with regret, with pain. He has no hope. He even don't know where he is going. Of course he is going to God's court, where he will be judged. But he has no hope. He lost the hope. Nobody could change what he did in the past. Now it's up to the Lord. And Lord, only one can change somebody's past, present and future. Nanak, only Lord has the power because he is the truthful. His name is the truth, and he always does the truth. ਗੁਰੂ ਪਿਆਰਿਓ, ਇਸ ਪਦ ਦੇ ਵਿੱਚ ਜਿਹੜਾ ਪ੍ਰਾਣੀ ਆਪਾਂ ਆਮ ਹੀ ਕਹਿ ਦਿੰਦੇ ਹਾਂ ਵੀ ਛੱਡੋ ਕਿਸੇ ਦੀਆਂ ਕੀ ਗੱਲਾਂ ਕਰਦੀਆਂ ਨੇ, ਆਪਣੀ ਕਰੋ। ਪਰ ਜਦੋਂ ਚੁਗਲੀ ਨਿੰਦਿਆ ਦੇ ਵਿੱਚ ਸਵਾਦ ਆਉਂਦਾ ਬੰਦੇ ਨੂੰ ਤਾਂ ਫਸ ਜਾਂਦਾ ਹੈ। ਬੜਾ ਜ਼ੋਰ ਲਾਉਂਦੇ ਆ ਪ੍ਰਾਣੀ ਕਿ ਦੂਰ ਰਿਹਾ ਜਾਵੇ, ਪਰ ਜਿਵੇਂ ਦੁਨੀਆ ਦੇ ਵਿੱਚ ਹੋਰ ਨਸ਼ੇ ਨੇ, ਲੋਕ ਨਸ਼ੇ ਖਾਣ ਦੀ ਪੀਣ ਦੀ ਆਦਤ ਕਰ ਲੈਂਦੇ ਨੇ, ਫਿਰ ਛੁੱਟਣੀ ਮੁਸ਼ਕਿਲ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਚੁਗਲੀ ਨਿੰਦਿਆ ਦਾ ਨਸ਼ਾ ਹੈ, ਉਹ ਵੀ ਬੜਾ ਬਲਵਾਨ ਹੈ। ਪ੍ਰਾਣੀ ਨਹੀਂ ਹਟ ਸਕਦਾ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਹਾਂ, ਜੇ ਉਹਦੀ ਅਪਾਰ ਕਿਰਪਾ ਹੋ ਜਾਵੇ ਪ੍ਰਾਣੀ ਦੇ ਉੱਤੇ, ਤਾਂ ਉਹ ਇਸ ਆਦਤ ਨੂੰ ਵੀ ਛੁਡਵਾ ਸਕਦਾ ਹੈ। ਚਿਹਰਾ ਕਰੂਪ ਹੋ ਜਾਂਦਾ। ਆਪਾਂ ਦੇਖਿਆ ਨਸ਼ੇ ਕਰਨ ਵਾਲੇ ਲੋਕ, ਚੁਗਲੀ ਨਿੰਦਿਆ ਕਰਨ ਵਾਲੇ ਲੋਕ
ਪਰ ਫਿਰ ਵੀ ਉਹ ਹਟਦੇ ਨਹੀਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਇੱਥੇ ਬੱਸ ਨਹੀਂ ਹੈ, ਇੱਥੇ ਹੀ ਬੱਸ ਨਹੀਂ, ਅਜੇ ਉਹਨਾਂ ਨੇ ਕਚਹਿਰੀ ਦੇ ਵਿੱਚ ਪੇਸ਼ ਹੋਣਾ, ਜਿੱਥੇ ਧਰਮਰਾਜ ਨੇ ਫੈਸਲਾ ਕਰਨਾ। ਜੀਵਨ ਦੇ ਵਿੱਚ ਤਾਂ ਉਹ ਵਿਚਾਲੇ ਵਿਚਾਲੇ ਰਹੇ ਨੇ, ਨਾ ਇੱਧਰ ਦੇ ਨਾ ਉੱਧਰ ਦੇ, ਸਹਿਕਦੇ ਰਹੇ ਨੇ। ਤੇ ਹੁਣ ਪ੍ਰਭੂ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਆਖਰੀ ਫੈਸਲਾ ਫਿਰ ਸੁਣਨਾ ਪੈਣਾ ਕਿ ਭਾਈ ਆਪਣਾ ਸਮਾਨ ਬੰਨ੍ਹ ਲਓ, ਅਗਲੇ ਜਨਮ ਦੀ ਤਿਆਰੀ ਕਰੋ, 84 ਲੱਖ ਜੂਨ ਦੀ, ਮਰੀ ਜਾਓ ਜੰਮੀ ਜਾਓ। ਇਹ ਤੁਹਾਡਾ ਕਾਜ ਹੋਵੇਗਾ ਕਿ ਤੁਸੀਂ ਭਗਤਾਂ ਦੀ ਭਗਤੀ ਦੇ ਵਿੱਚ ਭਿੱਗਣਾ ਹੀ ਪਾਉਂਦੇ ਰਹੇ ਹੋ, ਉਹਨਾਂ ਨੂੰ ਪਰੇਸ਼ਾਨ ਹੀ ਕਰਦੇ ਰਹੇ ਹੋ। ਤੁਹਾਡੀ ਆਸਾ ਕਾਹਦੀ ਪੂਰੀ, ਤੁਹਾਡੀ ਮਨਸਾ ਕਿਹੜੇ ਤਰੀਕੇ ਨਾਲ ਪੂਰੀ ਹੋਵੇਗੀ? ਤੁਸੀਂ ਇਸ ਦੁਨੀਆ ਤੋਂ ਪਛਤਾਉਂਦੇ ਹੀ ਜਾ ਰਹੇ ਹੋ। ਤੁਹਾਡੀ ਕੋਈ ਸੁਰੱਖਿਆ ਨਹੀਂ ਹੈ। ਨਿੰਦਕੋ, ਜਿਹੜੇ ਗੁਰੂ ਦੇ ਪਿਆਰਿਆਂ ਨੂੰ ਪਰੇਸ਼ਾਨ ਕਰਨ ਵਾਲੇ ਹੋ, ਕਰੋਪ ਮੂੰਹ ਵਾਲਿਓ, ਭੈੜੀ ਰਸਨਾ ਨੂੰ ਪ੍ਰਾਪਤ ਕਰਨ ਵਾਲਿਓ, ਤੁਸੀਂ ਹੁਣ ਨਿਰਾਸ਼ ਹੋ ਕੇ ਚੱਲੇ ਹੋ। ਤੁਹਾਨੂੰ ਸਥਿਰਤਾ ਨਹੀਂ ਮਿਲੀ। ਤੁਸੀਂ ਪ੍ਰਭੂ ਦੇ ਪਿਆਰਿਆਂ ਨੂੰ ਜਲੀਲ ਕੀਤਾ, ਤੁਹਾਨੂੰ ਸ਼ਾਂਤੀ ਕਾਹਦੀ? ਜਿਹੜਾ ਕੁਝ ਵੀ ਹੁੰਦਾ ਹੈ ਉਹ ਪ੍ਰਭੂ ਪਿਆਰਾ ਆਪ ਹੀ ਕਰਦਾ ਹੈ। ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਜਿਹੜਾ ਕੁਝ ਪ੍ਰਾਣੀ ਪਹਿਲੇ ਜਨਮ 'ਚ ਕਰਕੇ ਆਉਂਦਾ ਹੈ, ਉਹਨੂੰ ਇਸ ਜਨਮ ਦੇ ਵਿੱਚ ਉਹਦਾ ਲਾਭ ਪ੍ਰਾਪਤ ਹੁੰਦਾ ਹੈ ਜਾਂ ਉਹਨੂੰ ਸਜ਼ਾ ਮਿਲਦੀ ਹੈ। ਵੈਸੇ ਤਾਂ ਇਹ ਸੰਸਾਰ ਦੁੱਖਾਂ ਦਾ ਘਰ ਹੀ ਹੈ। ਇਸ ਸੰਸਾਰ ਦੇ ਸੋਹਣੇ ਸੁੱਖ ਵੀ ਦੁੱਖਾਂ ਵਰਗੇ ਹੀ ਹਨ, ਕਿਉਂਕਿ ਜਦੋਂ ਕੋਈ ਬੰਦਾ ਸੁੱਖ ਪ੍ਰਾਪਤ ਕਰਦਾ ਹੈ ਤਾਂ ਉਹਦੇ ਪਿੱਛੇ ਅਨੇਕਾਂ ਦੁੱਖ ਲੁਕੇ ਹੋਏ ਹੁੰਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਇੱਥੇ ਕੋਈ ਵੀ ਖੁਸ਼ ਨਹੀਂ ਹੈ। ਜਿਹਦੇ ਕੋਲ ਹੈ ਉਹ ਵੀ ਦੁਖੀ ਹੈ, ਜਿਹਦੇ ਕੋਲ ਕੁਝ ਵੀ ਨਹੀਂ ਉਹ ਵੀ ਦੁਖੀ ਪਰੇਸ਼ਾਨ ਹੈ। ਸਿਰਫ ਪ੍ਰਭੂ ਹੀ ਜਾਣਦਾ ਹੈ, ਜਾਣੀ ਜਾਣ ਹੈ ਕਿ ਅਸਲੀ ਸੁੱਖ ਪ੍ਰਾਣੀ ਨੂੰ ਕਿਵੇਂ ਮਿਲਣਾ ਹੈ। ਉਹਦੀ ਉਸਤਤ ਦੇ ਵਿੱਚੋਂ, ਉਹਦੀ ਭਗਤੀ ਦੇ ਵਿੱਚੋਂ, ਉਹਦੇ ਉੱਤੇ ਕੁਰਬਾਨ ਹੋਣ ਨਾਲ। ਜੇ ਪ੍ਰਾਣੀ ਨੂੰ ਸਮਝ ਲੱਗ ਜਾਵੇ ਤਾਂ ਸਭ ਤੋਂ ਪਹਿਲਾਂ ਆਪਣੀ ਹਉਮੈ ਦਾ ਵਿਨਾਸ਼ ਕਰੇ। ਜਿਹੜੀ ਜ਼ਹਿਰ ਉਹਦੇ ਵਿੱਚ ਫੈਲਦੀ ਜਾਂਦੀ ਹੈ ਅਸ਼ਾਂਤੀ ਦੀ, ਉਹ ਉਹਦੀ ਮੈਂ ਤੋਂ ਹੀ ਉਪਜਦੀ ਹੈ। ਜੇ ਪ੍ਰਾਣੀ ਨੂੰ ਇਹ ਸਮਝ ਲੱਗ ਜਾਵੇ ਤਾਂ ਪੂਰੇ ਦਾ ਪੂਰਾ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਢੇਰੀ ਕਰ ਦੇਵੇ, ਬਚਾਵੇ ਨਾ। ਦੁਨੀਆ ਨੂੰ ਦੇਖਦਾ ਹੋਇਆ, ਦੁਨੀਆ ਦੇ ਵਿੱਚ ਸ਼ੇਖੀ ਮਾਰਨ ਦੇ ਲਈ ਕਿ ਮੈਂ ਪ੍ਰਭੂ ਨੂੰ ਮੰਨਦਾ ਹਾਂ, ਮੈਂ ਉਹਦਾ ਬਹੁਤ ਪਿਆਰਾ ਭਗਤ ਹਾਂ, ਥੋੜ੍ਹੀ ਬਹੁਤੀ ਸ਼ੇਖੀ ਵੀ ਬਚਾਵੇ ਨਾ, ਪੂਰੇ ਦਾ ਪੂਰਾ ਢੇਰੀ ਕਰ ਦੇਵੇ। ਧੰਨੇ ਧਰੂਗ ਦੀ ਤਰ੍ਹਾਂ ਜਦ ਪੂਰਨ ਖਾਲੀ ਹੋ ਗਿਆ ਪ੍ਰਭੂ ਦੇ ਦਰਬਾਰ ਦੇ ਵਿੱਚ, ਤਾਂ ਉਹਦਾ ਮਨੋਰਥ ਦੇੜਦਾ ਹੈ, ਭਰ ਦਿੰਦਾ ਹੈ, ਖਾਲੀਆਂ ਨੂੰ ਭਰਦਾ ਹੈ।
ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਉਹਨਾਂ ਨੂੰ ਦਿੰਦਾ ਹੈ। ਇਹ ਵਿਧੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਈ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।